ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਬੋਲਣ ਤੋਂ ਪਹਿਲਾਂ ਸਾਰਿਆਂ ਨੂੰ ਖਬਰ ਪਤਾ ਹੀ ਲੱਗ ਗਿਆ ਹੋਊਗੀ ਕਿ ਸਾਡੇ ਦਰਮਿਆਨ ਅੱਜ ਸਾਡੇ ਬਹੁਤ ਹੀ ਸੀਨੀਅਰ ਸਾਥੀ ਸਰਦਾਰ ਮੇਜਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕੇ, ਤੇ ਮੈਂ ਚਾਹੁੰਦਾ ਕਿ ਜੇ ਸਭਾ ਆਜ਼ਾਦੀ ਦੀ 2 ਮਿੰਟ ਮੌਨਤਾ ਕਰਕੇ ਅਸੀਂ ਉਹਨਾਂ ਨੂੰ ਧੰਨਵਾਦ। ਪ੍ਰਧਾਨਗੀ ਮੰਡਲ, ਬਹੁਤ ਹੀ ਸੀਨੀਅਰ ਪੱਤਰਕਾਰ, ਬੁਲੰਦ ਆਵਾਜ਼ ਤੇ ਹਮੇਸ਼ਾ ਜਦੋਂ ਲਿਖਦੇ ਵੀ ਨੇ ਤੇ ਬੋਲਦੇ ਵੀ ਨੇ ਬਹੁਤ ਤਿੱਖੇ ਸ਼ਬਦ, ਬਹੁਤ ਜਿਹੜੇ ਸਰਕਾਰਾਂ ਨੂੰ ਸਿਸਟਮ ਨੂੰ ਚੁੱਕਦੇ ਨੇ। ਤੇ ਮੇਰੇ ਵੱਡੇ ਭਰਾ ਸਰਦਾਰ ਤਲੋਚਨ ਸਿੰਘ ਜੀ, ਮੇਰੇ ਅਜ਼ੀਜ਼ ਵੀਰ ਤੇ ਸ਼੍ਰੋਮਣੀ ਸਾਹਿਤਕਾਰ ਨਿੰਦਰ ਕੁਗਿਆਮਨੀ ਜੀ, ਔਰ ਆਪਣੇ ਰਜੇਵੇਂ ਮੈਂ ਬਲਬੀਰ ਸਿੰਘ ਸਿੱਧੂ ਹੋਣਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਐਨ ਮੌਕੇ ਜ਼ਿੰਮੇਵਾਰੀ ਨਿਭਾਉਂਦਿਆਂ ਮੈਨੂੰ ਮਾਣ ਵੀ ਬਖਸ਼ਿਆ। ਤੇ ਬਹੁਤ ਸਾਰੇ ਰਜੇਵੇਂ ਨੇ ਉਹ ਚਲੇ ਗਏ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਜੋਹਾਨਨ ਮੈਥਿਊ ਜੀ, ਮੇਰੇ ਮਾਨਯੋਗ MD ਸਾਹਿਬ ਤੇ ਭਰਾ ਦੀਪਕ ਚਨਾਰਥਨ ਔਰ ਸਾਹਮਣੇ ਬੈਠੀਆਂ ਬਹੁਤ ਹੀ ਮਾਨਯੋਗ ਉੱਚੀਆਂ ਸੁੱਚੀਆਂ ਹਸਤੀਆਂ, ਮੈਂ ਸਾਰਿਆਂ ਦਾ ਰਿਣੀ ਕਰਜ਼ਦਾਰ ਹੈ ਕਿ ਤੁਸੀਂ ਮੇਰੇ ਛੋਟੇ ਜਿਹੇ ਸੱਦੇ ਤੇ ਔਰ ਮੇਰੀ ਇਹ ਤੀਸਰੀ ਕਿਤਾਬ ਪੰਜਾਬ ਸੇ ਆ ਮੈਂ ਚੰਡੀਗੜ੍ਹ ਬੋਲਦਾ ਉਹਦੇ 'ਚ ਆਪਣੀ ਹਾਜ਼ਰੀ ਭਰੀ ਆ। ਬਹੁਤ ਬਹੁਤ ਧੰਨਵਾਦ। ਪੰਜਾਬ ਸੇ ਆ ਮੈਂ ਚੰਡੀਗੜ੍ਹ ਬੋਲਦਾ ਇੱਕ ਮਿਹਣਾ, ਇੱਕ ਤਾਨਾ, ਇੱਕ ਰੋਸ, ਇੱਕ ਤਾਂਝਾ ਕਿ ਤੂੰ ਮੇਰੇ ਕਰਕੇ ਸੰਘਰਸ਼ ਕੀਤੇ, ਤੂੰ ਮੇਰੇ ਕਰਕੇ ਲੜਾਈਆਂ ਲੜੀਆਂ, ਤੂੰ ਮੇਰੇ ਕਰਕੇ ਖੂਨ ਵੀ ਵਹੇ ਨੇ, ਤੂੰ ਮੇਰੇ ਕਰਕੇ ਭੁੱਖ ਹੜਤਾਲਾਂ ਵੀ ਰੱਖੀਆਂ, ਤੇ ਤੂੰ ਮੇਰੇ ਕਰਕੇ ਮਨ ਵਰਤ ਵੀ ਰੱਖੇ ਤੇ ਮਨ ਵਰਤ ਵੀ ਤੋੜੇ। ਤੇ ਅੱਜ ਕੀ ਹੋ ਗਿਆ ਕਿ ਤੂੰ ਮੈਨੂੰ ਭੁੱਲ ਗਿਆ? ਕੀ ਵਜ੍ਹਾ ਰਹੀ? ਕੀ ਮਜਬੂਰੀਆਂ ਰਹੀਆਂ? ਕੀ ਕਮਜ਼ੋਰੀਆਂ ਰਹੀਆਂ? ਤੇ ਕੀ ਮੈਂ ਐਡਾ ਨਿਮਾਣਾ ਹੋ ਗਿਆ ਕਿ ਤੂੰ ਮੈਨੂੰ ਛੱਡ ਦਿੱਤਾ? ਕੀ ਮੈਂ ਇੱਕ ਲਾਈਨ ਦਾ ਸ਼ਬਦ ਬਣ ਕੇ ਰਹਿ ਗਿਆ, ਜਾਂ ਇੱਕ ਛੋਟਾ ਜਿਹਾ ਜਨਰਲ ਨੌਲੇਜ ਦਾ ਸਵਾਲ ਬਣ ਕੇ ਰਹਿ ਗਿਆ ਕਿ ਬੱਚਿਆਂ ਨੂੰ ਪੁੱਛਿਆ ਜਾਵੇ ਕਿ ਪੰਜਾਬ ਦੀ ਰਾਜਧਾਨੀ ਕਿਹੜੀ, ਤੇ ਉਹ ਇੱਕ ਸ਼ਬਦ ਲੈ ਦੇ ਕੇ ਚੰਡੀਗੜ੍ਹ, ਤੇ ਜੇ ਬੱਚਾ ਇੰਟੈਲੀਜੈਂਟ ਹੋਊਗਾ ਨਾਲ ਇੱਕ ਹੋਰ ਲਾਈਨ ਲਿਖ ਦੂਗਾ ਕਿ ਨਹੀਂ, ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ। ਜੇ ਟੀਚਰ ਚੰਗਾ ਹੋਊਗਾ ਉਹਨੂੰ 1 ਨੰਬਰ 10 ਦੇਣ ਦੀ ਬਜਾਏ 2 ਨੰਬਰ ਦੇ ਦੂਗਾ। ਜਦ ਪੰਜਾਬ ਸਿਆ ਮੈਂ ਚੰਡੀਗੜ੍ਹ ਬੋਲਦਾ ਤੇ ਮੈਨੂੰ ਹਮੇਸ਼ਾ ਠੀਕ ਆ ਦੀਪਕ ਜੀ ਨੇ ਕਿ ਜਿਹੜੀ ਨੀਂਹ ਆ ਤਰਲੋਚਨ ਭਾਜੀ ਨੇ ਰੱਖੀ ਹੈ, ਤੇ ਮੈਂ ਕੋਸ਼ਿਸ਼ ਕੀਤੀ ਉਸ ਨੀਂਹ ਤੇ ਇੱਕ ਇੱਟ ਰੱਖਣ ਦੀ। ਮੈਨੂੰ ਪਤਾ ਕਿ ਜਿਹੜਾ ਚੁਬਾਰਾ ਵਾ ਉਹ ਤਰਲੋਚਨ ਭਾਜੀ ਨਹੀਂ ਪਾਉਣਾ ਹੈਗਾ, ਤੇ ਇਸ ਚੁਬਾਰੇ ਦੀ ਬਹੁਤ ਜ਼ਿਆਦਾ ਲੋੜ ਆ, ਕਿਉਂਕਿ ਹੁਣ ਚੰਡੀਗੜ੍ਹ ਨਹੀਂ ਰਹਿ ਗਿਆ। ਚੰਡੀਗੜ੍ਹ, ਮੈਨੂੰ ਫਿਲਮ ਦਾ ਡਾਇਲੌਗ ਵੀ ਯਾਦ ਆ ਗਿਆ ਜੱਟ ਐਂਡ ਜੂਲੀਅਟ ਦੇ ਵਿੱਚ, ਉਹ ਵਾਰ-ਵਾਰ ਜਸਵਿੰਦਰ ਭੱਲਾ ਕਹਿੰਦਾ ਕਿ ਜੇ ਚੰਡੀਗੜ੍ਹ ਢਹਿ ਜੂ ਤਾਂ ਪਿੰਡਾਂ ਵਰਗੇ ਰਹਿ ਜੂ, ਤੇ ਹੁਣ ਤਾਂ ਪਿੰਡ ਵੀ ਨਹੀਂ ਰਹਿ ਗਏ।
ਇਹ ਮੰਦਭਾਗਾ ਸ਼ਹਿਰ ਆ ਕਿ ਜੇ ਡੈਮੋਕ੍ਰੇਸੀ ਦੀ ਜਿਹੜੀ ਮੁੱਢਲੀ ਇਕਾਈ ਜੇ 1952 ਦੇ ਵਿੱਚ ਦੇਸ਼ ਦੇ ਵਿੱਚ ਵਿਧਾਨ ਸਭਾ ਲੋਕ ਸਭਾ ਚੋਣਾਂ ਹੁੰਦੀਆਂ ਤੇ 1954 ਦੇ ਵਿੱਚ ਪੰਚਾਇਤੀ ਚੋਣਾਂ ਹੁੰਦੀਆਂ ਤੇ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਵੀ ਪਿੰਡ ਨਹੀਂ ਰਹਿ ਗਿਆ ਤੇ ਇਹ ਸ਼ਹਿਰ ਪਿੰਡਾਂ ਤੋਂ ਸੱਖਣਾ ਤੇ ਜੇ ਪਿੰਡ ਨਹੀਂ ਰਹਿਣਗੇ ਤੇ ਫਿਰ ਅਸੀਂ ਇਸ ਜਿਹੜਾ ਫੁੱਲਾਂ 'ਚੋਂ ਫੁੱਲ ਗੁਲਾਬ ਦਾ ਤੇ ਚੰਡੀਗੜ੍ਹ ਪੰਜਾਬ ਦਾ ਤੋਂ ਕਿਹੜਾ ਪੰਜਾਬ ਕਿੱਥੇ ਰਹਿ ਗਿਆ ਜੀ। ਇੱਕ ਛੋਟਾ ਜਿਹਾ ਕਹਿ ਸਕਦੇ ਕਿ ਇੱਕ ਹਿਰਖ, ਉਸ ਹਿਰਖ ਤੇ ਤਰਲੋਚਨ ਭਾਜੀ ਨੇ ਵੀ, ਬਲਬੀਰ ਸਿੰਘ ਸਿੱਧੂ ਨੇ ਵੀ ਔਰ ਦੀਪਕ ਨੇ ਵੀ ਗੱਲਾਂ ਕੀਤੀਆਂ ਹੈਗੀਆਂ ਨੇ। ਪਰ ਨਾਲ ਜਿਹੜਾ ਸਵਾਲ ਆ ਕਿ ਅਸੀਂ ਕਿਉਂ ਚੰਡੀਗੜ੍ਹ ਨੂੰ ਛੱਡ ਰਹੇ ਹਾਂ। ਹੁਣ 2022 ਦੀਆਂ ਚੋਣਾਂ ਆ ਜਾਣੀਆਂ ਹੈਗੀਆਂ ਤੇ ਮੈਨੂੰ ਲੱਗਦਾ ਕਿ ਉਹਦੇ 'ਚ ਸਾਰੀਆਂ ਪਾਰਟੀਆਂ ਮੁੱਦਾ ਪਾਉਣਗੇ ਕਿ ਚੰਡੀਗੜ੍ਹ ਲੈ ਕੇ ਰਵਾਂਗੇ। ਕੱਲ੍ਹ ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਦੇਣੀ ਚਾਹਾਂਗਾ, ਉਹਦੇ 'ਚ ਬੜਾ ਫਿਰ ਇੱਕ ਦਰਦ ਜਿਹਾ ਜਾਗ ਗਿਆ ਕਿ ਵਿਧਾਨ ਸਭਾ ਕਿਉਂਕਿ ਬਜਟ ਇਜਲਾਸ ਚੱਲ ਰਿਹਾ ਹੈਗਾ, ਉਹਦੀ ਇੱਕ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ ਹੈਗੀ ਤੇ ਉਹਦੇ 'ਚ ਲਿਖਿਆ ਹੈਗਾ ਕਮੇਟੀ ਨੇ ਕਿ ਜਿਹੜੇ ਮਰਹੂਮ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਹੈ, ਜਿਹੜੀ ਉੱਦਾਂ ਦੀ ਸਮਾਧ ਬਣੀ 1994 'ਚ ਤੇ 1994 ਤੇ ਅੱਜ ਲਾ ਲਓ ਜੀ 27 ਸਾਲ ਹੋ ਗਏ, ਕਿਉਂਕਿ ਉਹਦੇ 'ਚ ਬਹੁਤੇ ਜਿਹੜੇ ਅਫਸਰ ਨੇ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਨੇ ਜੀ। ਤੇ ਭਾਜੀ ਜਿੰਨੀਆਂ ਵੀ ਮੀਟਿੰਗਾਂ ਹੋਈਆਂ 1994 ਤੋਂ ਲੈ ਕੇ ਕੱਲ੍ਹ ਤੱਕ ਜਿਹੜੀ ਰਿਪੋਰਟ ਦਿੱਤੀ ਹੈਗੀ, ਚੰਡੀਗੜ੍ਹ ਦਾ ਇੱਕ ਵੀ ਅਫਸਰ ਉਸ ਕਮੇਟੀ 'ਚ ਸ਼ਾਮਲ ਨਹੀਂ ਹੁੰਦਾ। ਇਹ ਦੁਖਾਂਤ ਆ। ਇਸ ਕਰਕੇ ਇਹ ਹੈ ਕਿ ਰਾਜਧਾਨੀ ਦਾ ਵਿਰੋਧ ਮੇਰਾ ਜਿਹੜਾ ਪਹਿਲਾ ਇਹਦੇ 'ਚ ਹੈ ਟਾਈਟਲ ਆ ਜਿਹੜਾ ਤਤਕਰੇ ਦੇ ਵਿੱਚ ਕਿ ਬਹੁਤ ਸਾਰੇ ਬਲਜੀਤ ਬੱਲੀ ਭਾਈ ਬੈਠੇ ਨੇ, ਜਗਤਾਰ ਭਾਈ ਬੈਠੇ ਹੈਗੇ ਨੇ ਤੇ ਇਹ ਕਿਤਾਬ ਬੱਲੀ ਭਾਜੀ ਤੁਹਾਡੀ ਤਿਰਛੀ ਨਜ਼ਰ ਤੋਂ ਬਗੈਰ ਅਧੂਰੀ ਸੀ। ਇਸ ਤਿਰਛੀ ਨਜ਼ਰ ਦੇ ਵਿੱਚ ਮੈਨੂੰ ਲੱਗਦਾ ਕਿ ਇਸ ਕਿਤਾਬ ਦੇ ਵਿੱਚ ਨੇ ਚਾਹੇ ਯੂਨੀਵਰਸਿਟੀ ਦੇ ਵਿੱਚ ਖਾੜਕੂਆਂ ਦੀ ਗੱਲ ਕੀਤੀ ਹੋਵੇ ਜਾਂ ਜਿਹੜਾ ਇਹਦੇ 'ਚ ਜ਼ਿਕਰ ਕੀਤਾ ਹੈਗਾ ਕਿ ਕਿਸੇ ਸਮੇਂ ਇੱਥੇ ਚੰਡੀਗੜ੍ਹ ਦਾ MP ਵੀ ਪੰਜਾਬੀ ਸੀ, ਐਡਵਾਈਜ਼ਰ ਵੀ ਪੰਜਾਬੀ ਸੀ, ਹੋਮ ਸੈਕਟਰੀ ਵੀ ਪੰਜਾਬੀ ਸੀ, ਚੰਡੀਗੜ੍ਹ ਪੁਲਿਸ ਦਾ SSP ਪੰਜਾਬੀ ਸੀ, ਲੇਕਿਨ ਫਿਰ ਵੀ ਜਿਹੜੇ ਪੰਜਾਬੀ ਨੂੰ ਦਰਜਾ ਨਹੀਂ ਦਿੱਤਾ ਗਿਆ, ਚਾਹੇ ਉਹਦੇ ਵਿੱਚ ਛਿੱਬੜ ਸਾਹਿਬ ਹੋਣ ਜਿਹੜੇ ਗਵਰਨਰ ਰਹਿ ਚੁੱਕੇ ਹੈਗੇ ਨੇ। ਤੇ ਰਾਜਧਾਨੀ ਦਾ ਹੈ ਮਸਲਾ ਕਿ ਸਾਡੇ ਕੋਲ ਲਾਹੌਰ ਖੋਇਆ ਜਿੱਦਾਂ ਸਾਡੇ ਕੋਲ ਸ਼ਿਮਲਾ ਖੋਹ ਲਿਆ ਤੇ ਸਾਡੇ ਕੋਲ ਚੰਡੀਗੜ੍ਹ ਵੀ ਖੋਹ ਲਿਆ। ਤੇ ਇਹਦੇ ਨਾਲੋਂ ਤੇ ਚੰਗਾ ਹੁੰਦਾ ਕਿ ਜਿਸ ਤਰ੍ਹਾਂ ਚਰਚਾ ਰਹੀ ਹੈਗੀ ਹੈ ਕਿ ਸੈਂਟਰ 'ਚ ਕਿਤੇ ਬਣ ਜਾਂਦੀ ਰਾਜਧਾਨੀ ਤੇ ਪੰਜਾਬ ਵਾਸਤੇ ਵੀ ਚੰਗਾ ਹੁੰਦਾ ਤੇ ਹਰਿਆਣੇ ਵਾਸਤੇ ਵੀ ਚੰਗਾ ਹੁੰਦਾ ਜੀ। ਨਾ ਇੱਥੇ ਹੁਣ ਹਰਿਆਣੇ ਦੀ ਕੋਈ ਵੁਕਤ ਹੈ, ਨਾ ਪੰਜਾਬ ਦੀ ਕੋਈ ਵੁਕਤ ਰਹਿ ਗਈ। ਇੱਕ ਨਾਮ ਦਾ ਚੰਡੀਗੜ੍ਹ ਬਿਊਟੀਫੁਲ ਸਿਟੀ ਦਾ ਸਾਨੂੰ ਬੂਟਾ ਦੇ ਦਿੱਤਾ ਹੈਗਾ ਜਿਹਦਾ ਅਸੀਂ ਨਿੱਘ ਨਹੀਂ ਮਾਣ ਸਕੇ ਹੈਗੇ। ਅਸੀਂ ਉਹਦੀ ਛਾਂ ਨਹੀਂ, ਅਸੀਂ ਕਦੇ ਉਹਦੀ ਛਾਵੇਂ ਬਹਿ ਕੇ ਦੇਖਿਆ ਨਹੀਂ ਹੈਗਾ। ਉਹ ਪਤਾ ਨਹੀਂ ਦਰਖਤ ਕਿਹੜੇ ਵੇਲੇ ਲੱਗਿਆ ਸੀ ਤੇ ਕਿਹੜੇ ਵੇਲੇ ਕੋਈ ਵੱਢ ਕੇ ਲੈ ਗਿਆ, ਨਾ ਉਹਦੀਆਂ ਟਾਹਣੀਆਂ ਲੱਭਦੀਆਂ ਨੇ ਸਾਨੂੰ। ਔਰ ਦੁੱਖ ਦੀ ਗੱਲ ਹੈ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਬਣਦੀ ਹੈਗੀ ਤੇ ਅੱਜ ਵੀ ਜਿਹੜੇ ਨਗਰ ਨਿਗਮ ਜਿਹੜੇ ਅਸਲੀ ਇੱਥੋਂ ਦੇ ਵਾਸੀ ਨੇ, ਬਸ਼ਿੰਦੇ ਨੇ, ਉਹਨਾਂ 'ਚ ਪੰਜਾਬੀ ਅਸਲੀ ਜਿਹੜੇ ਹੈਗੇ ਨੇ 2-3 ਕੌਂਸਲਰ ਨੇ ਜਿਹੜੇ ਇਹਨਾਂ ਪਿੰਡਾਂ ਦੇ ਰਹਿਣ ਵਾਲੇ ਸੀ, ਜਦ ਕਿ ਹੱਕ ਤੇ ਉਹਨਾਂ ਦਾ ਬਣਦਾ ਸੀ ਕਿ ਉਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਹੈਗਾ। ਉਹਨਾਂ ਦਾ ਆਪਣਾ ਮੇਅਰ ਹੁੰਦਾ, ਉਹਨਾਂ ਦੇ ਆਪਣੇ ਇੱਥੇ ਨਿਆਣੇ ਅਫਸਰ ਹੁੰਦੇ। ਚੰਡੀਗੜ੍ਹ ਦੇ ਵਿੱਚ ਜਿਹੜੇ ਨਿਆਣੇ ਜੰਮਦੇ ਨੇ, ਪੜ੍ਹਦੇ ਨੇ, ਲਿਖਦੇ ਨੇ, ਉਹਨਾਂ ਨੂੰ ਤੇ ਚੰਡੀਗੜ੍ਹ 'ਚ ਨੌਕਰੀ ਵੀ ਨਹੀਂ ਮਿਲਦੀ ਹੈਗੀ। ਉਹਨਾਂ ਨੂੰ ਕੀ ਨੌਕਰੀ ਮਿਲਣੀ ਹੈਗੀ ਹੈ? ਬਲਬੀਰ ਸਿੰਘ ਸਿੱਧੂ ਹੋਣੀ ਜਨਾਬ ਆਪ ਹੀ ਦੱਸ ਗਿਆ ਕਿ ਨੇ ਕਿ ਜੇ ਇੱਥੋਂ ਦੀ MP ਇਹ ਕਹਿ ਰਹੀ ਹੈ ਕਿ ਮੋਹਾਲੀ ਦੇ ਨਿਆਣੇ ਨੂੰ ਨੌਕਰੀ ਨਹੀਂ ਦੇਣੀ ਹੈਗੀ ਤੇ ਫਿਰ ਚੰਡੀਗੜ੍ਹ ਦੇ ਲੋਕਾਂ ਨੂੰ ਨਿਆਣੇ ਕਿੱਥੇ ਮਿਲਦੀ? ਜੇ ਪੰਜਾਬ ਦੇ ਸੇਵਾ ਮੁਕਤ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਹੋਣੀ ਆਰਡਰ ਪਾਸ ਕਰਵਾ ਲੈਂਦੇ ਨੇ ਕਿ ਜਿਹੜੇ ਵੱਡੇ ਵੱਡੇ ਅਫਸਰਾਂ ਦੇ ਘਰ ਨੌਕਰ ਚਾਕਰ, ਰੋਟੀ ਪਕਾਉਣ ਵਾਲੇ, ਭਾਂਡੇ ਧੋਣ ਵਾਲੇ, ਉਹਨਾਂ ਨੂੰ ਸਰਕਾਰ 15,000 ਰੁਪਏ ਤਨਖਾਹ ਦੇਗੀ ਤੇ ਉਹਨਾਂ 'ਚੋਂ ਇੱਕ ਵੀ ਨਾ ਪੰਜਾਬੀ ਹੋਵੇ। ਉਹ ਵੀ ਦੂਜੇ ਸੂਬਿਆਂ ਦੇ ਨੇ, ਕੋਈ ਬਿਹਾਰ ਦਾ ਨਹੀਂ, ਕੋਈ ਉੱਤਰਾਖੰਡ ਦਾ, ਕੋਈ। ਤੇ ਇਸੇ ਮੰਚ ਤੇ ਇੱਥੋਂ ਹੀ ਬਲਦੇਵ ਸਿਰਸਾ ਸਾਹਿਬ ਨੇ ਕਿਹਾ ਸੀ ਕਿ ਅਸੀਂ ਪੰਜਾਬ ਦੇ ਇੱਕ ਬਹੁਤ ਵੱਡੇ ਅਫਸਰ ਨੂੰ ਮਿਲੇ ਹੈਗੇ ਤੇ ਉਹਨਾਂ ਮੀਨਾ ਮਾਰਿਆ ਸੀ
कि चंडीगढ़ च ते कुत्ते भी अंग्रेजी जानते, तो मैं क्या तुसीं ये नहीं कहा कि कुत्तियां दी रमज ते फिर कुत्ते ही समझ सकते हैं, बंदे तो समझ नहीं सकते है। जब गुरभजन भुੱਲਰ साहब आर्टिकल लिखते हैं तो उस समय की सरकार फिर लेखकों को बुलाती हैगी, तो उस सरकार के अफसर अगर ये कह जो खुद पंजाबी ने, ये किताब का सी कि जब मैं देश सेवक ज्वाइन किया है तो क्योंकि उस समय गोबिंद ठकराल जी साडे देश सेवक के एडवाइजर सन, तो डॉक्टर जसपाल सिंह संपादक कहते काका तेरा पेंडू पिछोकड़ आ, तो क्योंकि देश सेवक अखबार का तुम सारे पता है कि असी 2-3 जाने सी, मनजीत सिद्धू बाई, सुशील ग्रोवर जी, ਜਾਂ ਜਿਹੜੇ ਸਰਕਾਰੀ ਮੁਲਾਜ਼ਮ ਜਿਹੜੇ ਨਾਲ ਸਾਹਿਤ ਜਾਂ ਸਪੋਰਟਸ ਕਵਰ ਕਰਦੇ ਨੇ, तो मटका चौंक ਤੇ रैली धरने कवर करने, हरियाणा भी किते कवर कर लिया कर, तो पिंड भी कवर कर लिया कर, क्योंकि पिंडों का बहुत धक्का होया, क्योंकि ठकराल साहब भी इस एरिए के नाल सी, डॉक्टर जसपाल सिंह तो है ही बुड़ैल जेल के वासी सन जी, बुड़ैल पिंड के वासी सन, माफ़ी चाहांगा। उन्होंने कहते कि सीधा इतों चला जा, स्कूटर फड़, किसी को जाके पुछ ला कि जथेदार अंग्रेज सिंह बडहेरी के घर जाना है। जब उन्होंने घर गया गा जी, उन्होंने पोजीशन देखी हैगी, मैंने 2 घंटे सारे देखो कि इदा ही खड़े रह गए। उन्होंने कली कली गल करी, तो पिंडों का होर मन है कि नहीं इस पिंड में बहुत जानना जरूरी है, इन्होंने पिंडों के नाल बहुत धक्का होया। नाल उदों तो बाकी किताबां भी शुरू कीतियां सी, तरलोचन भाजी की भी किताब आई, लगता है कि मैं भाजी मार गए, लेकिन भाजी ने जिन्ना काम किया है, मैं लगता है कि मैं तो एक पैसे का भी काम किया जिन्ना भाजी ने इस चंडीगढ़ में लैके काम किया है। पर मैं लगता है कि जी तरलोचन भाजी ने नहीं रखी, इस ते चबारे बनने चाहिए है, महल उसारने चाहिए है। फिर वो जोड़े पिंडों दियां दर्द गल्लां अखबारों के बल्ली भाजी की तिरछी नज़र, और जो कुछ मैं देखा अखी सुनिया, जो जथेदार अंग्रेज सिंह बडहेरी वो भी साडे दे दरम्यान विच नहीं रहे, उन्होंने लड़के ने इत्थे आना सी, क्योंकि मैं उन्होंने किताब भी उन्होंने समर्पित की हैगी है, तो वो नहीं आ पाए। तो साडे मैं 23 तरीक को इस फानी संसार वाल वधा के जिन्ना उन्होंने चंडीगढ़ की एक बुलंद आवाज़ सी। फिर ये कि उन्होंने मैंने दसिया कि कुछ होया, लाजमी तौर पर तुसीं तरलोचन भाई की किताब पढ़ी होएगी कि किवें जदों ये उजाड़े गए सी पिंड, ते किवें एक पिंड कंथाला दे विच विआह भी हो रहा सी कि धी दा, ते सरकारी तंत्र ने वो पल भी नहीं इंतजार किया कि जिहड़ा एक मां प्यो वास्ते सब तो वड्डा हुंदा कि अपनी धी दी डोली तोड़नी, ते धी दी डोली तोड़न तो पहला ही सरकारी जिहड़ा तंत्र आ वो पूरे पिंड का मलिया मेड कर दिंदा हैगा। जिहड़े जांजियां वास्ते मेलियां वास्ते मठियाइयां से मैं लगता कि वो उस समय घट्टे दे नाल भर गई, किसी ने खाधे नहीं। जो घर दे विच इदां हमला हो जाए तो फिर जिहड़े शगन आ साथ आ तो किहदी बुरकी भी नहीं लंघदी हैगी। पिंडां वालियां ने प्रधानमंत्रियों नूं चिट्ठियां लिखियां, लेकिन बडहेरी साहब ने दस्सिया कि असी थक गए सी जी, साडी कोई सुनवाई नहीं, क्योंकि पंजाब दीयां सियासी पार्टियां भी हर बार लिख दिंदियां सी कि चंडीगढ़ पंजाब का जी मिलना चाहिए है, लेकिन सानू संत जरनैल सिंह भिंडरांवाले तक भी पहुँच करनी पई कि पंजाब दी सियासी पार्टियां ने, पंजाब के लीडरां ने सानू एक सिर्फ एक लाइन का बना के रख दिता है जी, तुसीं आके कोई साडे हक की आवाज़ बुलंद कर दो जी। तो भिंडरांवाला साहब आउंदे ने, तो जिहड़ी उन्हां दा लहजा जिहड़ा बोलन का स्टाइल आ, उस स्टाइल दे विच मैं जिक्र किया है। हालांकि भिंडरांवाले साहब के बारे कई गल्लां ने, पर जिहड़े पिंड वाले दुखी ने वो जाके मिलते हैं, तो फिर वो इत्थे आउंदे ने, ते वो इत्थे आके कहंदे कि नहीं जिन्ना जाड़ा होना सी हो गया, इस तो अगे जिहड़ा उजाड़ा बर्दाश्त नहीं किया जाऊगा।
ਕਹਿਣ ਦਾ ਮਤਲਬ, ਕਹਿਣ ਦਾ ਭਾਵ ਹੈ ਕਿ ਪਿੰਡ ਵਾਲੇ ਕਰਦੇ ਕੀ, ਫਿਰ ਪਿੰਡ ਬਚਾਓ ਕਮੇਟੀ, ਪੇਂਡੂ ਸੰਘਰਸ਼ ਕਮੇਟੀ, ਔਰ ਸਭ ਤੋਂ ਵੱਡੀ ਗੱਲ ਸਸਤੀਆਂ ਜ਼ਮੀਨਾਂ ਪਿੰਡਾਂ ਵਾਲੇ ਕੋਲ ਲਈਆਂ ਹੈਗੀਆਂ ਨੇ, ਤੇ ਉਸ ਤੇ ਹੁਣ CBI ਦੀਆਂ ਇਨਕੁਆਇਰੀਆਂ ਚੱਲ ਰਹੀਆਂ ਨੇ, ਅਫਸਰ ਚਾਰਜਸ਼ੀਟ ਕੀਤੇ ਜਾ ਰਹੇ ਨੇ, ਹਾਈ ਕੋਰਟ 'ਚ ਕੇਸ ਨੇ, ਕਦੀ ਫਾਈਲ ਰਿਪੋਰਟਾਂ ਕਲੋਜ਼ ਹੋ ਜਾਂਦੀਆਂ, ਕਦੀ ਖੁੱਲ੍ਹ ਜਾਂਦੀਆਂ ਹੈਗੀਆਂ ਨੇ। ਚੰਡੀਗੜ੍ਹ ਮੈਨੂੰ ਇਹ ਲੱਗਦਾ ਹੈਗਾ ਕਿ ਹੁਣ ਪ੍ਰਵਾਸੀਆਂ ਦਾ ਚੰਡੀਗੜ੍ਹ ਬਣ ਗਿਆ, ਪ੍ਰਵਾਸਗੜ੍ਹ ਬਣ ਗਿਆ ਚੰਡੀਗੜ੍ਹ ਦਾ ਨਾਮ ਪ੍ਰਵਾਸ। ਹਾਲਾਂਕਿ ਹਿਜਰਤ ਕਰਨਾ ਕੋਈ ਗੁਨਾਹ ਨਹੀਂ ਹੈਗਾ, ਸਾਡਾ ਭਾਈਚਾਰਾ ਵੀ ਬਾਹਰ ਜਾ ਕੇ ਕੰਮ ਕਰ ਰਿਹਾ ਹੈਗਾ, ਪਰ ਆਪਣੇ ਲੋਕਾਂ ਦੇ ਹੱਕ ਖੋ ਕੇ ਕਿਸੇ ਦੂਜੇ ਨੂੰ ਦੇਣੇ ਹੈਗੇ। ਜਿਹੜੇ ਇੱਥੋਂ ਦੇ ਲੋਕ ਰਾਜੇ ਸੀ ਉਹ ਅੱਜ ਭਿਖਾਰੀ ਬਣ ਗਏ, ਜਿਹੜੇ ਇਹਨਾਂ ਪਿੰਡਾਂ ਦੇ ਲੋਕ ਮਾਲਕ ਸੀ ਉਹ ਅੱਜ ਕਿਰਾਏਦਾਰ ਬਣ ਗਏ, ਔਰ ਇੱਥੋਂ ਤੱਕ ਕਿ ਲੋਕਾਂ ਕੋਲ ਕਾਰੋਬਾਰ ਵੀ ਖੋ ਲਿਆ ਗਾ। ਕਿਹੜਾ ਫੁੱਲ ਪੰਜਾਬ ਦਾ ਰਹਿ ਗਿਆ ਜੀ। ਮੈਂ ਇਸੇ ਵਿੱਚ ਜ਼ਿਕਰ ਕੀਤਾ ਕਿ ਕਿੰਨੇ ਇੱਥੇ ਮਨ ਵਰਤ ਰੱਖੇ ਗਏ, ਕਿੰਨੇ ਭੁੱਖ ਹੜਤਾਲਾਂ ਰੱਖੀਆਂ ਗਈਆਂ ਹੈਗੀਆਂ, ਸੰਘਰਸ਼ ਕੀਤੇ ਗਏ, ਔਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਹੁਣ ਆਪਣੀ ਜ਼ਿੰਦਗੀ ਵੀ ਵਾਰ ਜਾਂਦੇ ਨੇ। ਅਸੀਂ ਫਿਰ ਵੀ ਚੁੱਪ ਰਹੇ ਹੈਗੇ। ਚੰਡੀਗੜ੍ਹ ਫਿਰ ਵੀ ਮਿਹਣਾ ਮਾਰਦਾ, ਤਾਨਾ ਮਾਰਦਾ, ਹੁਣ ਤੇ ਉੱਠ ਖਲੋ। ਸਾਡੀ ਪਟਰਾਣੀ ਇੱਥੇ ਮਾਂ ਬੋਲੀ ਦਾ ਬੁਰਾ ਹਾਲ ਆ। ਮਾਂ ਬੋਲੀ ਵੀ ਸੌਂਕਣਾ ਅੱਗੇ ਹਾਰ ਗਈ ਹੈ। ਇਹ ਸੌਂਕਣਾ ਮੈਂ 113 ਨੰਬਰ ਪੇਜ 'ਤੇ ਲਿਖੀਆਂ ਗਿਆ ਕਿ ਕਿਵੇਂ ਪੰਜਾਬੀ ਬੋਲਣ ਵਾਲਿਆਂ ਦੀ ਇੱਥੇ ਗਿਣਤੀ ਘਟ ਗਈ ਹੈ ਤੇ ਕਿੰਨੀ ਦੂਜੀ ਬੋਲੀਆਂ ਦੀ ਵੱਧ ਗਈ ਹੈਗੀ ਜੀ। 2011 ਦੀ ਜਨਸੰਖਿਆ ਦੱਸਦੀ ਹੈ ਕਿ 7.4% ਪੰਜਾਬੀ ਬੋਲਣ ਵਾਲੇ ਦੀ ਇੱਥੇ ਗਿਣਤੀ ਘਟੀ ਹੈਗੀ ਜੀ। ਮਥਾਲੀ ਭਾਸ਼ਾ 153%, ਸੰਥਾਲੀ 100%, ਅਸਾਮੀ 60%, ਅਰਬਕ 46%, ਉਰਦੂ 46%, ਉੜੀਆ 28%, ਹਿੰਦੀ 28%, ਮਨੀਪੁਰ 27%, ਅੰਗਰੇਜ਼ੀ 22%। ਇਸ ਹਿਸਾਬ ਨਾਲ ਤਾਂ ਤਲੋਚਨ ਭਾਜੀ 153% ਸੰਥਾਲੀ ਭਾਸ਼ਾ ਉਹ ਇੱਥੇ ਲਾਗੂ ਕਰ ਦੇਣੀ ਚਾਹੀਦੀ ਹੈਗੀ। ਬੰਗਾਲੀ, ਕੋਨਕਾਨੀ, ਸਿੰਧੀ, ਡੋਗਰੀ ਇਹ ਸੌਂਕਣਾ ਨੇ। ਮੈਨੂੰ ਕੋਈ ਗਰੇਜ ਨਹੀਂ ਹੈਗਾ ਇਹਨਾਂ ਭਾਸ਼ਾ ਨੂੰ ਸੌਂਕਣਾ ਕਹਿਣ ਦਾ। ਆਪਣੇ ਸਟੇਟ ਦੇ ਵਿੱਚ ਇਹ ਪਟਰਾਣੀਆਂ ਨੇ, ਪਰ ਸਾਡੀ ਇੱਥੇ ਜਿਹੜੀ ਪਟਰਾਣੀ ਆ ਇਹਨਾਂ ਅੱਗੇ ਹਾਰ ਚੁੱਕੀ ਹੈਗੀ ਹੈ। 2001 ਦੇ ਮੁਕਾਬਲੇ 2011 ਦੀ ਜਿਹੜੀ ਜਨਸੰਖਿਆ ਦੂਜੀ ਭਾਸ਼ਾਵਾਂ ਬੋਲਣ ਵਾਲਿਆਂ ਦੀ ਗਿਣਤੀ ਵਧੀ ਹੈ। ਇਹਨਾਂ 10 ਸਾਲਾਂ 'ਚ ਪਹਿਲਾਂ ਸ਼ਹਿਰ ਵਿੱਚ 6 ਲੱਖ ਲੋਕ ਹਿੰਦੀ ਬੋਲਦੇ ਸੀ, ਜਿਨ੍ਹਾਂ ਦੀ ਗਿਣਤੀ ਵੱਧ ਕੇ ਕਰੀਬ 8 ਲੱਖ ਹੋ ਗਈ ਹੈ। ਤੇ ਇਹਨਾਂ ਵਰ੍ਹਿਆਂ ਦੌਰਾਨ ਜਿਹੜੀ ਪੰਜਾਬੀ 2.5 ਲੱਖ ਬੋਲਦੇ ਸੀ, ਉਹਨਾਂ ਦੀ ਗਿਣਤੀ 2.3 ਰਹਿ ਗਈ ਹੈ। ਇਹ ਮਾਂ ਬੋਲੀ ਦਾ ਹਾਲ ਆ। ਚੰਡੀਗੜ੍ਹ ਦੇ ਵਿੱਚ ਸਿਰਫ ਮਾਂ ਬੋਲੀ ਜਾਂ ਪੰਜਾਬੀ ਸੰਗੀਤ ਦੀ ਗੱਲ ਕਰੀਏ, ਸ਼ਹਿਰ ਦੇ ਕੋਨੇ 'ਚ ਵਿਆਹ ਸ਼ਾਦੀ, ਢੋਲ ਢਮੱਕੇ, ਉੱਥੇ ਪੰਜਾਬੀ ਗਾਣੇ ਸੁਣਨ ਨੂੰ ਮਿਲ ਜਾਂਦੇ ਹੋਣਗੇ, ਬੋਲਣ ਨੂੰ ਸੁਣਨ ਮਿਲ ਜਾਂਦੇ ਹੋਣਗੇ, ਪਰ ਜਦੋਂ ਗੱਲ ਆਉਂਦੀ ਹੈਗੀ ਆ ਫਿਰ ਕੌਣ ਮਾਂ ਬੋਲੀ ਨੂੰ ਯਾਦ ਕਰਦਾ। ਔਰ ਮੈਨੂੰ ਡਰ ਹੈ ਕਿ ਜਿਹੜਾ ਪ੍ਰਵਾਸਗੜ੍ਹ ਬਣ ਜਾਏਗਾ ਕਿਤੇ, ਜਿਸ ਹਿਸਾਬ ਦੇ ਨਾਲ ਬਹੁਤ ਹੀ ਸੀਨੀਅਰ ਰੈਂਕ ਤੋਂ ਰਿਟਾਇਰ ਹੋਏ ਨੇ PR ਸਰੰਗਲ ਸਾਹਿਬ, ਕਿ ਜਿਹੜੇ ਜੰਮੂ ਨੂੰ ਸਾਡੇ ਉੱਥੇ ਡੋਗਰੀ ਵੀ ਖੋਲ੍ਹੀ ਹੈਗੀ, ਕਿਉਂਕਿ ਡੋਗਰੀ ਪੰਜਾਬੀ ਦੀ ਉਪ ਬੋਲੀ ਹੈ। 28 ਦੇ ਕਰੀਬ ਜਿਹੜੀਆਂ ਉਪ ਬੋਲੀਆਂ ਨੇ, ਕਿ ਕਦੋਂ ਕਿਤੇ ਮਰਦਮਸ਼ੁਮਾਰੀ ਹੋ ਜਾਂਦੀ ਹੈਗੀ ਆ। ਤੇ ਜੇ ਇੱਥੇ ਚੰਡੀਗੜ੍ਹ ਦੇ ਵਿੱਚ ਲੋਕਾਂ ਕੋਲ ਕਰਾਈ ਜਾਵੇ ਹੈਗੇ ਕਿ ਚੰਡੀਗੜ੍ਹ ਕਿਹਨੂੰ ਦਿੱਤਾ ਜਾਣਾ ਚਾਹੀਦਾ, ਪੰਜਾਬ ਨੂੰ ਜਾਂ ਹਰਿਆਣੇ ਨੂੰ, ਭਾਈ 2-3 ਬਾਹਾਂ ਹੀ ਖੜੀਆਂ ਹੋਣਗੀਆਂ ਕਿ ਪੰਜਾਬ ਨੂੰ ਦਿੱਤਾ ਜਾਵੇ, ਨਹੀਂ ਬਾਕੀ ਕਹਿਣਗੇ ਰਹਿਣ ਦਿਓ ਜੀ, ਚੰਡੀਗੜ੍ਹ ਨੂੰ ਇੱਕ ਵੱਖਰਾ ਸਟੇਟ ਬਣਾ ਲਓ। ਇਸ ਕਰਕੇ ਮੇਰਾ ਟਾਈਟਲ ਹੀ ਮੈਂ ਵਾਰ-ਵਾਰ ਪੰਜਾਬ ਨੂੰ ਜਗਾਉਣ ਦਾ ਯਤਨ ਕਰਦਾ ਹੈਗਾ। ਔਰ ਜਿਹੜੇ ਮਾਂ ਬੋਲੀ ਲਈ ਖਾੜਕੂਆਂ ਦਾ ਡਰਾਵਾ ਹੈਗਾ, ਤੇ ਬਹੁਤ ਹੀ ਜਿਹੜੇ ਮੈਂਬਰ ਰਹਿ ਚੁੱਕੇ ਨੇ ਸੈਨੇਟ ਸਿੰਡੀਕੇਟ ਦੇ, ਉਹਨਾਂ ਦੇ ਹਵਾਲੇ ਦੇ ਨਾਲ ਨੇ ਕਿ ਕਿਵੇਂ ਯੂਨੀਵਰਸਿਟੀ ਦੇ ਵਿੱਚ ਹਰ ਵਾਰ ਪੰਜਾਬੀ ਮਾਂ ਬੋਲੀ ਦਾ ਮਤਾ ਆਉਂਦਾ ਸੀ ਤੇ ਜਿਹੜੇ ਗੈਰ ਪੰਜਾਬੀ ਸੀ ਉਹ ਮਤਾ ਹਰ ਵਾਰ ਡੇਗ ਦਿੰਦੇ। ਇਸ ਮਸਲੇ 'ਚ ਮੈਂ ਬੱਲੀ ਭਾਈ ਦੀ ਤਿਰਛੀ ਨਜ਼ਰ ਦਾ ਵੀ ਕਾਫੀ ਜ਼ਿਕਰ ਕੀਤਾ, ਹਵਾਲਾ ਦਿੱਤਾ ਹੈਗਾ ਕਿ ਕਿਵੇਂ ਉੱਥੇ ਫਿਰ ਸ਼ਰਾਰਤ ਕੀਤੀ ਗਈ ਹੈਗੀ ਕਿ ਨਹੀਂ ਜੇ ਪੰਜਾਬੀ ਪੁੱਤ ਅਖਵਾਉਣਾ ਤੇ ਇਹ ਸ਼ਰਾਰਤ ਘੱਲਣੀ। ਹਾਲਾਂਕਿ ਉਸ ਸਮੇਂ ਚੰਡੀਗੜ੍ਹ ਪੁਲਿਸ ਦੇ SSP ਸਮੀਰ ਸੈਣੀ ਸੀ
ਤੇ ਸਮੀਰ ਸੈਣੀ ਬਾਰੇ ਤੇ ਕਿਸੇ ਕੋਲੋਂ ਲੁਕਿਆ ਛੁਪਿਆ ਨਹੀਂ ਹੈਗਾ। ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਉਹ ਲੁਕੇ ਛਿਪੇ ਨੇ, ਫਿਰਦੇ ਨੇ। ਉਹਨਾਂ ਨੇ ਜਿਨ੍ਹਾਂ ਨੇ ਇਹ ਕੀਤਾ ਸੀ, ਸ਼ਰਾਰਤ ਕੀਤੀ ਸੀ ਕਿ ਜਦੋਂ ਮਤਾ ਆਖਰੀ ਵਾਰ ਆਇਆ ਕਿ ਜਿੰਨੇ ਵੀ ਹੁਣ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਹਾਂ ਦਾ ਨਾਮ ਮਾਰਿਆ ਜਾਂ ਜਿਹਨੇ ਵਿਰੋਧ ਕੀਤਾ, ਅਸੀਂ ਤੇ ਪਈ ਸਿੱਧਾ ਦੱਸ ਦੇਣਾ ਸਿੰਘਾਂ ਨੂੰ ਵੀ ਅਸੀਂ ਤੇ ਰਾਜੀ ਸੀ, ਆ 5-7 ਲੋਕ ਹੀ ਇਹ ਨਹੀਂ ਸੀ ਮੰਨ। ਕਹਿੰਦੇ ਫਿਰ ਉਸ ਦਿਨ 250 ਦੇ ਕਰੀਬ ਲੋਕਾਂ ਨੇ ਬਾਹਾਂ ਖੜੀਆਂ ਕਰ ਦਿੱਤੀਆਂ ਹੈਗੀਆਂ ਕਿ ਨਹੀਂ ਜੀ ਪੰਜਾਬੀ ਲਾਗੂ ਕੀਤੀ ਜਾਵੇ। ਪਰ ਉਹ ਦੱਸਦੇ ਨੇ ਮਨਮੋਹਨ ਜੀ ਕਿ ਬਾਅਦ 'ਚ ਫਿਰ ਸਾਡੇ ਜਿਹੜੇ 3-4 ਸਾਥੀ ਹੈਗੇ ਨੇ, ਉਹ ਸਮੀਰ ਸੈਣੀ ਨੇ ਉਹਨਾਂ ਦੀ ਚੰਗੀ ਸੇਵਾ ਕੀਤੀ ਹੈਗੀ। ਉਹਨਾਂ ਨੂੰ ਫਿਰ ਥਾਣੇ ਬੁਲਾਇਆ ਗਿਆ। ਨਾਲ ਦੀ ਨਾਲ ਪਵਾਦੀ ਵੀ ਗਵਾਚ ਗਈ ਕਿਉਂਕਿ 28 ਪਿੰਡ ਉਜਾੜੇ ਗਏ ਸੀ, 17 ਪਹਿਲਾਂ, 11 ਬਾਅਦ ਦੇ ਵਿੱਚ, ਤੇ 22 ਜਿਹੜੇ ਪਿੰਡ ਨੇ ਉਹ ਆਬਾਦੀ ਸਮੇਤ ਰੱਖ ਲਏ ਗਏ। ਪਵਾਦੀ ਬੋਲੀ ਦਾ ਆਪਣਾ ਹੀ ਇੱਕ ਸਵਾਦ ਆ, ਕਿਉਂਕਿ ਜੋ ਦੇਸ਼ ਦੇ ਵਿੱਚ ਮੋਸਟਲੀ ਇਹ ਪਵਾਦ ਏਰੀਆ, ਪਰ ਉੱਥੇ ਦੇਸ਼ ਦੇ ਵਿੱਚ ਪਵਾਦੀ ਭਰਾ ਕੰਮ ਕਰਦੇ ਸੀ। ਉਹ ਜਿਸ ਤਰ੍ਹਾਂ ਸਰਿੰਦਰ ਸਾਹਿਬ ਨੇ ਕਿਹਾ ਕਿ ਜਗਤਾਰ ਦੀ ਬੋਲੀ, ਮੈਂ ਬਿਲਕੁਲ ਸਵੀਕਾਰ ਕਰਦਾ ਕਿ ਮੇਰੀ ਬੋਲਣ ਦੇ ਵਿੱਚ ਵੀ ਘੁਸਪੈਠ ਹੋ ਗਿਆ ਜੀ, ਕਿਉਂਕਿ ਮਲਵਈ ਵੀ ਆ ਗਈ, ਪਵਾਦੀ ਵੀ ਰਲ ਮਿਲ ਗਈ ਹੈਗਾ। ਉਹ ਸ਼ਬਦ ਨਵੇਂ ਆ ਗਏ ਨੇ, ਉਹ ਪਤਾ ਨਹੀਂ ਲੱਗਦਾ ਕਿੱਥੋਂ ਆ ਗਏ। ਉਹ ਪੜ੍ਹੇ ਉੱਥੋਂ ਦਬਾਬੇ ਤੋਂ, ਤੇ ਸਾਰੀਆਂ ਬੋਲੀਆਂ ਦਾ ਸੰਮੇਲ ਜਿਹਾ ਹੋ ਗਿਆ। ਤੇ ਪਵਾਦੀ ਦਾ ਜਿਹੜਾ ਅੱਖ ਵੱਖਰਾ ਸੋ ਉਹ ਵੀ ਇੱਥੇ ਗਵਾਚ ਗਈ ਆ ਪਿੰਡਾਂ ਦੇ ਵਿੱਚ। ਇੱਥੇ ਤੇ ਮਾਂ ਬੋਲੀ ਇਸ ਕਰਕੇ ਮੈਂ ਕਹਿੰਦਾ ਕਿ ਇੱਥੇ ਤੇ ਪਟਰਾਣੀ ਨਹੀਂ ਰਹੀ ਤੇ ਰਾਣੀਆਂ ਕਿੱਥੋਂ ਰਹਿਣਗੀਆਂ। ਹਾਲਾਂਕਿ ਪੰਜਾਬੀ ਸੱਭਿਆਚਾਰ ਦੇ ਵਿੱਚ ਜਾ ਕੇ ਕਹਿੰਦਾ ਕਿ ਔਂਕੜਾਂ ਤੇ ਸੌਂਕੜਾਂ ਨਾ ਹੋਣਾ ਤੇ ਚਾਹੀਦਾ ਕਿ ਇਹਨਾਂ ਸੌਂਕਾਂ ਨੂੰ ਆਈਆਂ ਜਿਹੜੀਆਂ ਘਰ ਗੁੱਤੋਂ ਫੜ ਕੇ ਤੇ ਬਾਹਰ ਕੱਢਿਆ ਜਾਂਦਾ, ਇੱਥੇ ਤੇ ਪਟਰਾਣੀ ਨੂੰ ਬਾਹਰ ਕੱਢ ਦਿੱਤਾ ਹੈਗਾ ਜੀ। ਫਿਰ ਅੱਗੇ ਚੰਡੀਗੜ੍ਹ ਪੁਲਿਸ ਦਾ ਮੈਂ ਜ਼ਿਕਰ ਕੀਤਾ ਕਿ ਜਿੱਥੇ ਸੋਹਣੇ ਸਰਦਾਰ ਦੇਖਦੇ ਸੀ, ਉਹ ਸਰਦਾਰੀ ਗਾਇਬ ਹੋ ਗਈ ਹੈ। ਇਹ ਹਾਲਾਤ ਨੇ। ਔਰ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਬਾਰਡਰ ਨੇ, ਜਿਹੜੇ ਸਰਹੱਦਾਂ ਨੇ, ਚਾਹੇ ਗਲਵਾਨ ਦੀ ਘਾਟੀ ਹੋਵੇ, ਚਾਹੇ ਜੰਮੂ ਕਸ਼ਮੀਰ ਦੀ ਘਾਟੀ ਹੋਵੇ, ਚਾਹੇ ਨਾਰਥ ਈਸਟ ਹੋਵੇ, ਜੇ ਹਿੱਕ ਤੇ ਗੋਲੀਆਂ ਖਾਂਦੇ ਨੇ, ਪੰਜਾਬੀ ਖਾਂਦੇ ਨੇ ਜੀ, ਆਰਮੀ ਦੇ ਵਿੱਚ ਜਾਂ ਪੈਰਾਮਿਲਟਰੀ ਫੋਰਸ, ਚਾਹੇ ਉਹਦੇ 'ਚ BSF ਹੋਵੇ, CRP ਹੋਵੇ, ITBP ਹੋਵੇ, ਇਹਨਾਂ ਦੇਸ਼ ਦੀਆਂ ਵੱਖ-ਵੱਖ ਫੋਰਸਾਂ ਦੇ ਵਿੱਚ ਅਗਰ ਪੰਜਾਬੀ ਗੱਭਰੂ ਸਿਲੈਕਟ ਹੋ ਰਹੇ ਨੇ, ਤੇ ਚੰਡੀਗੜ੍ਹ ਦੇ ਵਿੱਚ ਪਤਾ ਨਹੀਂ ਕਿਹੜੇ ਪੈਰਾਮੀਟਰ ਹੈਗੇ ਨੇ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਪੰਜਾਬੀ ਨਹੀਂ ਭਰਤੀ ਹੁੰਦੇ। ਭਾਈ ਤੁਸੀਂ ਤੇ ਚੰਡੀਗੜ੍ਹ ਪੁਲਿਸ ਕਵਰ ਕਰਦੇ ਰਹੇ ਜੀ। ਵੈਸੇ ਤਾਂ ਜਦੋਂ ਫੋਰਸ ਦੀ ਦੌੜ ਲਾਈ ਜਾਂਦੀ 1600 ਮੀਟਰ ਦਾ ਚੱਕਰ ਹੁੰਦਾ ਤੇ 5 ਮਿੰਟ 'ਚ ਕਰਨੀ ਹੁੰਦੀ ਹੈ। ਪਤਾ ਤਾਂ ਕਿਉਂ ਨਹੀਂ, ਤੇ 2000 ਮੀਟਰ ਦਾ ਹੈਗਾ ਚੱਕਰ ਜੀ। ਤੇ ਮੈਨੂੰ ਹੈਰਾਨੀ ਕਿ ਸਾਡੇ ਪੰਜਾਬੀ ਮੁੰਡੇ ਕਿਉਂ ਨਹੀਂ ਸਿਲੈਕਟ ਹੁੰਦੇ, ਸਾਡੀਆਂ ਕੁੜੀਆਂ ਕਿਉਂ ਨਹੀਂ ਸਿਲੈਕਟ ਹੁੰਦੀਆਂ। ਜੇ ਸਾਡੀਆਂ ਕੁੜੀਆਂ ਹੁਣ BSF ਦੇ ਵਿੱਚ, ITBP ਦੇ ਵਿੱਚ, CISF 'ਚ ਮੁੰਡੇ ਕੁੜੀਆਂ ਭਰਤੀ ਹੋ ਰਹੇ, ਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਕਿਉਂ ਨਹੀਂ ਭਰਤੀ ਹੋ ਰਹੀ? ਕਿ ਇੱਥੇ ਜਿਹੜੇ ਮਾਪਦੰਡ ਸਖਤ ਨੇ, ਜਾਂ ਫਿਰ ਜਿਹੜਾ ਲਿਖਤੀ ਟੈਸਟ ਜ਼ਿਆਦਾ ਸਖਤ ਹੈਗਾ ਕਿ ਸਾਡੇ ਪੰਜਾਬੀਆਂ ਨੂੰ ਲਿਖਤੀ ਟੈਸਟ ਪਾਸ ਕਰਨਾ ਨਹੀਂ ਆਉਂਦਾ। ਹਾਲਾਂਕਿ ਜਦੋਂ ਸੁਖਬੀਰ ਚੌਧਰੀ ਨੇ ਕਿਹਾ ਕਿ ਕਿਸਾਨੀ ਅੰਦੋਲਨ ਕਿ ਕਿਸਾਨ ਨੂੰ ਅੰਗਰੇਜ਼ੀ ਬੋਲਦੇ, ਤੇ ਲੋਕਾਂ ਨੇ ਕਿਹਾ ਕਿ ਪੂਰਾ ਪੰਜਾਬ ਤੇ ਆਈਲੈਟਸ ਕਰਕੇ ਬੈਠਾ ਹੈਗਾ, ਤੇ ਸਾਡੇ ਬੱਚੇ ਕਿਉਂ ਫੇਲ ਹੋ ਰਹੇ ਨੇ। ਤੇ ਔਰ ਇਹਦੇ 'ਚ ਇਹ ਵੀ ਮੈਂ ਜ਼ਿਕਰ ਕੀਤਾ ਕਿ ਜਦੋਂ 134 CTG 'ਚ ਕੰਡਕਟਰ ਭਰਤੀ ਕੀਤੇ ਗਏ ਸੀ, ਤੇ 123 ਤੋਂ ਜ਼ਿਆਦਾ ਹਰਿਆਣੇ ਦੇ ਸੀ, ਤੇ ਉਹਦੇ ਨਾਲ 99.8% ਦੇ ਵਿੱਚੋਂ 90% ਉਸ ਸਮੇਂ ਹਰਿਆਣਾ ਦੇ ਜਿਹੜੇ ਇੱਥੇ, ਕਿਉਂਕਿ ਮੁੱਖ ਹੋਮ ਸੈਕਟਰੀ ਦਾ ਜਿਹੜਾ ਅਹੁਦਾ ਕੋਟੇ ਅਨੁਸਾਰ ਹਰਿਆਣਾ ਦਾ ਕੇਡਰ ਦਾ ISF 'ਚ, ਤੇ ਉਹਦੇ ਪਿੰਡੋਂ ਸੀ। ਵਿਧਾਨ ਸਭਾ ਦੇ ਵਿੱਚ ਵੀ ਮਸਲਾ ਉੱਠਦਾ, ਅਜੀਤ ਅਖਬਾਰ ਦੀ ਖਬਰ ਲੱਗੀ ਸੀ ਸੋਲ ਦੀ, ਔਰ ਫਿਰ ਕੇਸ CBI ਕੋਲ ਜਾਂਦਾ ਤੇ ਭਰਤੀ ਰੱਦ ਹੋ ਜਾਂਦੀ ਹੈਗੀ। ਦੇਖੋ ਸਾਡੇ ਇੱਥੇ ਮੁੰਡੇ ਕੁੜੀਆਂ ਕਿਉਂ ਨਹੀਂ ਸਿਲੈਕਟ ਹੁੰਦੇ। ਤੇ ਹੁਣ ਤੇ ਮੈਨੂੰ ਲੱਗਦਾ ਬਲਬੀਰ ਸਿੰਘ ਸਿੱਧੂ ਹੋਣੀ ਮੋਹਰ ਹੀ ਲਗਾ ਗਏ ਨੇ ਕਿ ਜਿਸ ਪੰਜਾਬਣ ਕਿਰਨ ਖੇਰਿਆ ਕਰੀ ਕਿ ਪੰਜਾਬ ਵਾਲਿਆਂ ਨੂੰ ਨਹੀਂ ਭਰਤੀ ਕਰਨਾ ਹੈਗਾ, ਤੇ ਫਿਰ ਤੇ ਸਹੀ ਗੱਲ ਹੈ ਕਿ ਜ਼ਰੂਰ ਇੱਥੇ ਪੰਜਾਬੀਆਂ ਨੂੰ ਜਾਣ-ਬੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਔਰ ਹੁਣ ਦੇਖੋ ਪਿੰਡ ਚੰਡੀਗੜ੍ਹ ਦੇ ਵਿੱਚ ਇੱਕ ਵੀ ਪਿੰਡ ਨਹੀਂ ਰਹਿ ਗਿਆ ਜਿਹੜਾ ਕਹਿੰਦੇ, ਉਹ ਪਹਿਲਾਂ ਕਹਿੰਦਾ ਹੋਊਗਾ ਕਿ ਮੈਂ ਯਾਰ ਮਲੋਈ ਪਿੰਡ ਦਾ ਸਰਪੰਚ ਜਾਂ ਮੈਂ ਮਲੋਈ ਪਿੰਡ ਦਾ ਵਾਸੀ ਹਾਂ, ਉਹ ਕਹੂਗਾ ਹੁਣ ਮੈਂ ਵਾਰਡ ਨੰਬਰ 28 ਦਾ ਵਾਸੀ ਹਾਂ, ਵਾਰਡ ਨੰਬਰ 7 ਦਾ ਵਾਸੀ ਹਾਂ। ਸਰਪੰਚ ਗਾਇਬ ਕਰ ਦਿੱਤੇ ਜਾਣ-ਬੁੱਝ ਕੇ, ਔਰ ਹੁਣ ਸਿਰਫ ਨੰਬਰਦਾਰ ਕਾਇਮ ਰਹਿਣਗੇ, ਕਿਉਂਕਿ ਨੰਬਰਦਾਰਾਂ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ।
ਜੇ ਚੰਡੀਗੜ੍ਹ ਪ੍ਰਸ਼ਾਸਨ ਦਾ ਜਾਂ ਸੈਂਟਰ ਸਰਕਾਰ ਦਾ ਕੋਈ ਇਸ 'ਤੇ ਵੀ ਕੋਈ ਦਾਅ ਪੇਚ ਚੱਲ ਗਿਆ ਤੇ ਲਾਜ਼ਮੀ ਤੌਰ 'ਤੇ ਨੰਬਰਦਾਰ ਵੀ ਗਾਇਬ ਕਰ ਦੇਣਗੇ। ਤੇ ਕੁੱਲ ਮਿਲਾ ਕੇ ਇਹਦੇ 'ਚ ਖੱਟੇ ਮਿੱਠੇ ਜਿਹੜੇ ਤਜਰਬੇ ਉਹ ਜਿਹੜੇ ਦੇਖੇ ਜਾਂ ਸੁਣੇ ਜਾਂ ਜਿਹੜੇ ਹੱਥ 'ਚ ਲੱਗੇ ਕਾਗਜ਼ ਉਹਨਾਂ ਦੇ ਆਧਾਰ 'ਤੇ ਅਤੇ ਇੱਕ ਮਿਹਣਾ ਪੰਜਾਬ ਨੂੰ ਕਿ ਕਿਉਂ ਉਹ ਮੈਨੂੰ ਭੁੱਲ ਗਿਆ। ਮੈਂ 23 ਸ਼ਬਦ ਦੇ ਨਾਲ ਸਾਰਿਆਂ ਦਾ ਧੰਨਵਾਦ ਕਰਾਂਗੇ ਕਿ ਅਖੀਰ ਚੰਡੀਗੜ੍ਹ ਇਹੀ ਬੋਲਦਾ ਕਿ ਪੰਜਾਬ ਸਿਆਂ ਤੂੰ ਮੈਨੂੰ ਭੁੱਲ ਗਿਆ ਤੇ ਜਾ ਮੈਂ ਤੈਨੂੰ ਵੀ ਭੁੱਲ ਗਿਆ। ਜੇ ਤੈਨੂੰ ਨਹੀਂ ਮੇਰੀ ਲੋੜ ਤੇ ਮੈਨੂੰ ਵੀ ਨਹੀਂ ਤੇਰੀ ਲੋੜ, ਕਿਉਂਕਿ ਮੈਂ ਤੇਰੇ ਬਰਾਬਰ ਖੜਾ ਕਰ ਦਿੱਤਾ ਮੈਨੂੰ ਤੇਰੇ ਸ਼ਰੀਕਾਂ ਨੇ। ਤੇ ਉਹਨਾਂ ਸ਼ਰੀਕਾਂ ਦੇ ਵਿੱਚ ਲਾਜ਼ਮੀ ਤੌਰ 'ਤੇ ਜਿਹੜੇ ਸਾਡੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ, ਜਿਹੜਾ ਸ਼ਰੀਕਪੂਣਾ ਕਰਨਾ ਚਾਹੀਦਾ ਸੀ, ਜਿਹੜੀ ਸ਼ਰੀਕੇਦਾਰੀ ਨਿਭਾਉਣੀ ਚਾਹੀਦੀ ਸੀ, ਉਹ ਕਿਤੇ ਨਾ ਕਿਤੇ ਉਹਦੇ 'ਚ ਫੇਲ ਹੋਏ ਨੇ, ਕਿਉਂਕਿ ਉਹਨਾਂ ਦੀਆਂ ਕਮਜ਼ੋਰੀਆਂ ਤੇ ਮਜਬੂਰੀਆਂ ਸਾਰਿਆਂ ਨੂੰ ਪਤਾ। ਮੈਂ ਅਖੀਰ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਮੇਰੀ ਇਸ ਪੰਜਾਬ ਸਿਆਂ ਮੈਂ ਚੰਡੀਗੜ੍ਹ ਬੋਲਦਾ ਕਿਤਾਬ ਦੇ ਵਿੱਚ ਗਵਾਹੀ ਭਰੀ ਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਚਾਹ ਦਾ ਕੱਪ ਬਿਲਕੁਲ ਤਿਆਰ ਹੈ ਤੇ ਚਾਹ ਦਾ ਕੱਪ ਜ਼ਰੂਰ ਸਾਂਝਾ ਕਰਕੇ ਜਾਣਾ। ਬਹੁਤ ਬਹੁਤ ਧੰਨਵਾਦ।